ਪੁਰਾਤਨ ਸਮੇਂ ਤੋਂ ਹੀ ਮਨੁੱਖੀ ਸਮਾਜ ਵਿੱਚ ਕਈ ਤਰ੍ਹਾਂ ਦੇ ਰੀਤੀ ਰਿਵਾਜ ਆਏ ਜਿਨ੍ਹਾਂ ਨੇ ਸਮਾਂ ਬਦਲਣ ਦੇ ਨਾਲ-ਨਾਲ ਆਪਣਾ ਸਵਰੂਪ ਵੀ ਬਦਲਿਆ ਹੈ। ਅੱਜ ਆਪਾਂ ਗੱਲ ਕਰਾਂਗੇ ਸਾਉਣ ਦੇ ਮਹੀਨੇ ਜਾਂ ਸਾਵਣ ਦੇ ਮਹੀਨੇ ਦੇ ਵਿੱਚ ਪੂਰਨਮਾਸ਼ੀ ਦੇ ਦਿਹਾੜੇ ਤੇ ਮਨਾਈ ਜਾ ਰਹੀ ਇੱਕ ਰੀਤ ਦੀ, ਜਿਸ ਨੂੰ ਅੱਜ ਇੱਕ ਤਿਉਹਾਰ ਦਾ ਰੂਪ ਦਿੱਤਾ ਜਾ ਰਿਹਾ ਹੈ ਜਾਂ ਇੱਕ ਤਿਉਹਾਰ ਦੀ ਤਰ੍ਹਾਂ ਜਿਸ ਨੂੰ ਮਨਾਇਆ ਜਾਂਦਾ ਹੈ। ਅਸਲ ਦੇ ਵਿੱਚ ਇਹ ਇੱਕ ਰੀਤ ਸੀ। ਰੀਤ ਤੋਂ ਭਾਵ ਹੁੰਦਾ ਹੈ ਇੱਕ ਐਸਾ ਕਰਮ ਜੋ ਸ਼ੁਰੂਆਤ ਵਿੱਚ ਕਿਸੇ ਇੱਕ ਦੇ ਵੱਲੋਂ ਕੀਤਾ ਜਾਂਦਾ ਹੈ, ਫਿਰ ਉਸ ਤੋਂ ਬਾਅਦ ਉਸ ਨੂੰ ਬਹੁ ਗਿਣਤੀ ਸਮਾਜ ਦੇ ਵੱਲੋਂ ਅਪਣਾ ਲਿਆ ਜਾਂਦਾ ਹੈ। ਤੇ ਅੱਜ ਜਿਸ ਰੂਪ ਦੇ ਵਿੱਚ ਅਸੀਂ ਇਸ ਰੀਤ ਨੂੰ ਦੇਖਦੇ ਹਾਂ ਤੇ ਬਹੁ ਗਿਣਤੀ ਸਮਾਜ ਇਸ ਨੂੰ ਇੱਕ ਤਿਉਹਾਰ ਦੀ ਤਰ੍ਹਾਂ, ਇੱਕ ਉਤਸਵ ਦੀ ਤਰ੍ਹਾਂ ਜੋ ਹੈ ਉਹ ਮਨਾ ਰਿਹਾ ਹੈ। ਪੰਜਾਬੀ ਦੇ ਵਿੱਚ ਅਸੀਂ ਇਸ ਨੂੰ ਰੱਖੜੀ ਦੇ ਨਾਮ ਨਾਲ ਜਾਣਦੇ ਹਾਂ ਅਤੇ ਜੋ ਹਿੰਦੀ ਬੋਲਣ ਵਾਲਾ ਸਮਾਜ ਹੈ ਉਹ ਇਸ ਨੂੰ ਰਕਸ਼ਾ ਬੰਧਨ ਦੇ ਨਾਮ ਦੇ ਨਾਲ ਜੋ ਹੈ ਉਹ ਜਾਣਦਾ ਹੈ ਅਤੇ ਮਨਾਉਂਦਾ ਹੈ। ਇਸ ਰੀਤ ਦੀ ਸ਼ੁਰੂਆਤ ਦੀ ਜੇ ਅਸੀਂ ਗੱਲ ਕਰੀਏ, ਸ਼ੁਰੂਆਤ ਕਿੱਥੋਂ ਹੋਈ ਹੈ ਤੇ ਪੁਰਾਤਨ ਸਨਾਤਨ ਗ੍ਰੰਥਾਂ ਦੇ ਵਿੱਚੋਂ ਇਸ ਦੀ ਸ਼ੁਰੂਆਤ ਮਿਲਦੀ ਹੈ। ਜਦੋਂ ਇੰਦਰ ਦੇ ਉੱਤੇ ਰਾਖਸ਼ ਲੋਕਾਂ ਨੇ ਹਮਲਾ ਕਰ ਦਿੱਤਾ, ਉਹਦਾ ਰਾਜ ਖੋਹ ਲਿਆ ਤੇ ਇੰਦਰ ਦੀ ਪਤਨੀ ਜੋ ਸਚੀ ਹੈ ਉਸਨੇ ਜਾ ਕੇ ਬ੍ਰਹਸਪਤੀ ਦੇ ਅੱਗੇ ਅਰਦਾਸ ਕੀਤੀ ਜਾਂ ਬੇਨਤੀ ਕੀਤੀ ਤੇ ਬ੍ਰਹਸਪਤੀ ਦੇ ਕਹਿਣ ਤੇ ਫਿਰ ਉਸਨੇ ਇਹ ਜੋ ਰੀਤ ਹੈ ਇਸ ਦੀ ਸ਼ੁਰੂਆਤ ਕੀਤੀ। ਜਦੋਂ ਇਹ ਰੀਤ ਸ਼ੁਰੂਆਤ ਹੋਈ, ਜੋ ਸਮਾਂ ਸੀ ਉਹ ਸ਼ਰਾਵਣ ਮਾਸ ਦੀ ਜੋ ਸ਼ੁਕਲ ਪੂਰਨਿਮਾ ਦਾ ਸਮਾਂ ਸੀ, ਜਿਸ ਦਿਨ ਸਚੀ ਨੇ, ਇੱਕ ਪਤਨੀ ਨੇ ਆਪਣੇ ਪਤੀ ਦੇ ਸੱਜੇ ਹੱਥ ਦੇ ਉੱਤੇ ਇੱਕ ਧਾਗਾ ਬੰਨ੍ਹ ਕੇ ਤੇ ਉਹਦੀ ਰਕਸ਼ਾ ਜੋ ਹੈ, ਉਹਦਾ ਵਚਨ ਜੋ ਹੈ ਉਹਨੂੰ ਦਿੱਤਾ ਵੀ ਸਾਰੀਆਂ ਬਲਾਵਾਂ ਤੋਂ, ਸਾਰੇ ਵੈਰੀਆਂ ਤੋਂ ਤੇਰੀ ਰੱਖਿਆ ਹੋਵੇ। ਤੇ ਇੰਦਰ ਨੇ ਫਿਰ ਉਸ ਤੋਂ ਬਾਅਦ ਜੋ ਹੈ ਦੈਂਤਾਂ ਦੇ ਉੱਤੇ, ਰਾਖਸ਼ਾਂ ਦੇ ਉੱਤੇ ਜਿੱਤ ਪ੍ਰਾਪਤ ਕੀਤੀ। ਤੇ ਇਸ ਤਰ੍ਹਾਂ ਇਹ ਜੋ ਰਕਸ਼ਾ ਬੰਧਨ ਜਾਂ ਜੇ ਰੱਖੜੀ ਦੀ ਰੀਤ ਜੋ ਹੈ ਇਹ ਪਹਿਲੀ ਵਾਰ ਹੋਂਦ ਵਿੱਚ ਆਈ। ਦੂਸਰੀ ਵਾਰ ਇਸ ਦਾ ਜੋ ਸਾਨੂੰ ਉਲੇਖ ਮਿਲਦਾ ਹੈ ਉਹ ਮਹਾਭਾਰਤ ਕਾਲ ਵਿੱਚ ਮਿਲਦਾ ਹੈ, ਜਦੋਂ ਇੱਕ ਯੁੱਧ ਦੇ ਦੌਰਾਨ ਕ੍ਰਿਸ਼ਨ ਭਗਵਾਨ ਜੋ ਦੁਆਪਰ ਦੇ ਅਵਤਾਰ ਮੰਨੇ ਜਾਂਦੇ ਹਨ, ਉਹ ਜ਼ਖਮੀ ਹੋਏ ਤਾਂ ਦ੍ਰੋਪਦੀ ਕ੍ਰਿਸ਼ਨ ਜੀ ਦੀ ਭੈਣ ਨਹੀਂ ਹੈ। ਦ੍ਰੋਪਦੀ ਨੇ ਇੱਕ ਧਾਗਾ ਉਹਨਾਂ ਦੇ ਗੁੱਟ 'ਤੇ ਕਹਿ ਲਵੋ ਜਾਂ ਹੱਥ 'ਤੇ ਕਹਿ ਲਵੋ, ਆਪਣੇ ਵਸਤਰਾਂ ਦੇ ਵਿੱਚੋਂ ਇੱਕ ਲੀਰ, ਜਿਸ ਨੂੰ ਅਸੀਂ ਕਹਿ ਦਿੰਦੇ ਹਾਂ, ਧਾਗਾ ਵੀ ਨਹੀਂ ਕਹਿ ਸਕਦੇ, ਉਹ ਲੀਰ ਬੰਨ੍ਹ ਦਿੱਤੀ। ਤੇ ਉਸ ਧਾਗੇ ਦੀ ਲਾਜ ਫਿਰ ਜਦੋਂ ਕ੍ਰਿਸ਼ਨ ਜੀ ਨੇ ਦ੍ਰੋਪਦੀ ਦਾ ਚੀਰ ਹਰਨ ਹੋ ਰਿਹਾ ਸੀ ਤੇ ਉਹ ਰਕਸ਼ਾ ਕਰਕੇ ਉਸ ਧਾਗੇ ਦੀ ਜਾਂ ਉਸ ਲੀਰ ਦੀ ਜਾਂ ਉਸ ਬੰਧਨ ਦੀ ਜਿਹੜੀ ਇੱਕ ਵਚਨ ਸੀ ਉਹ ਨਿਭਾਇਆ। ਸੋ ਦੂਸਰੀ ਵਾਰ ਇਹਦਾ ਪ੍ਰਮਾਣ ਸਾਨੂੰ ਮਹਾਭਾਰਤ ਕਾਲ ਦੇ ਵਿੱਚ ਮਿਲਦਾ ਹੈ। ਤੀਸਰਾ ਇੱਕ ਪ੍ਰਮਾਣ ਸਾਨੂੰ ਮਿਲਦਾ ਹੈ ਰਾਣੀ ਕਰਣਾਵਤੀ ਦਾ, ਜੋ ਰਾਜਪੂਤ ਰਾਣੀ ਹੋਈ ਹੈ, ਜੋ ਇੱਕ ਵਿਧਵਾ ਰਾਣੀ ਸੀ, ਜਿਸ ਨੇ ਆਪਣੇ ਰਾਜ ਨੂੰ ਬਚਾਉਣ ਦੇ ਵਾਸਤੇ ਉਸ ਸਮੇਂ ਹੁਮਾਯੂੰ ਸਮਰਾਟ ਨੂੰ, ਜੋ ਇੱਕ ਗੈਰ ਮਜ਼ਹਬੀ ਸਮਰਾਟ ਸੀ, ਉਹਦੇ ਵੱਲ ਇੱਕ ਮਰਿਆਦਤ ਤੌਰ 'ਤੇ ਇੱਕ ਇਹ ਰਕਸ਼ਾ ਦਾ ਬੰਧਨ ਜੋ ਹੈ, ਇੱਕ ਧਾਗਾ ਜਾਂ ਇੱਕ ਮੌਲੀ ਜੋ ਹੈ ਉਹ ਭੇਜਣਾ ਕੀਤੀ। ਤੇ ਉਸ ਸਮਰਾਟ ਹੁਮਾਯੂੰ ਨੇ ਫਿਰ ਉਸ ਵਿਧਵਾ ਰਾਣੀ ਦੀ, ਜੋ ਉਹਦੀ ਸੱਤਾ ਸੀ, ਉਹਦਾ ਰਾਜ ਸੀ, ਉਹਦੀ ਰਕਸ਼ਾ ਕੀਤੀ। ਸੋ ਇਸ ਪ੍ਰਕਾਰ ਇਹ ਵੱਡੇ ਪ੍ਰਮਾਣ ਜਿਹੜੇ ਹਨ ਸਾਨੂੰ ਇਸ ਰੀਤ ਦੇ ਬਾਰੇ ਇਤਿਹਾਸ ਦੇ ਵਿੱਚੋਂ ਮਿਲਦੇ ਹਨ। ਹੋਰ ਵੀ ਕਈ ਦੰਤ ਕਥਾਵਾਂ ਜੋ ਹਨ ਇਸ ਰੀਤ ਦੇ ਪ੍ਰਤੀ ਸਾਨੂੰ ਸਨਾਤਨ ਗ੍ਰੰਥਾਂ ਦੇ ਵਿੱਚੋਂ ਮਿਲਦੀਆਂ ਹਨ। ਹੁਣ ਸਮਝਣ ਵਾਲੀ ਗੱਲ ਕੀ ਹੈ? ਪਹਿਲੀ ਗੱਲ ਇਹ ਹੈ ਕਿ ਇਹ ਰੀਤ ਜਦੋਂ ਵੱਖ-ਵੱਖ ਤਰੀਕਿਆਂ ਦੇ ਨਾਲ ਮਨਾਈ ਜਾਂਦੀ ਰਹੀ ਜਾਂ ਨਿਭਾਈ ਜਾਂਦੀ ਰਹੀ, ਉਦੋਂ ਸਮਾਂ ਇੱਕ ਨਹੀਂ ਸੀ। ਹਾਲਾਤ ਕਦੇ ਕੋਈ ਸਮਾਂ, ਕਦੇ ਕੋਈ ਸਮਾਂ ਰਿਹਾ ਜਦੋਂ ਇਹ ਰੀਤ ਇੱਕ ਮਜਬੂਰ ਦੇ ਵੱਲੋਂ, ਕਮਜ਼ੋਰ ਦੇ ਵੱਲੋਂ ਦੂਸਰੇ ਤਾਕਤਵਰ ਦੇ ਵੱਲ ਇੱਕ ਰਕਸ਼ਾ ਸੂਤਰ ਭੇਜ ਕਰਕੇ ਆਪਣੀ ਰਕਸ਼ਾ ਦੇ ਵਾਸਤੇ ਤੇ ਇਸ ਦਾ ਜੋ ਪ੍ਰਚਲਨ ਹੈ ਉਹ ਹੋਂਦ ਵਿੱਚ ਆਇਆ। ਹਾਂ, ਜਦੋਂ ਕਿਤੇ ਸਨਾਤਨ ਗ੍ਰੰਥਾਂ ਦੇ ਵਿੱਚ ਜਦੋਂ ਇਹਦਾ ਜ਼ਿਕਰ ਮਿਲਦਾ ਹੈ, ਜਦੋਂ ਇੰਦਰ ਨੇ ਸਚੀ ਦੇ ਦੁਆਰਾ ਇਹ ਰਕਸ਼ਾ ਸੂਤਰ ਪ੍ਰਾਪਤ ਕੀਤਾ ਤੇ ਉਦੋਂ ਜ਼ਰੂਰ ਇਹ ਸ਼ਰਾਵਣ ਮਾਸ ਦੀ ਜਿਹੜੀ ਪੂਰਨਿਮਾ ਹੈ ਉਹ ਸਮੇਂ ਦਾ ਉਲੇਖ ਸਨਾਤਨ ਗ੍ਰੰਥਾਂ ਦੇ ਵਿੱਚ ਸਾਨੂੰ ਮਿਲਦਾ ਹੈ। ਅਸੀਂ ਦੇਖਦੇ ਹਾਂ ਵੀ ਖੂਨ ਦੇ ਰਿਸ਼ਤੇ ਨਾਲ ਇਹਦਾ ਕੋਈ ਸੰਬੰਧ ਨਹੀਂ ਹੈ ਕਿ ਇੱਕ ਪਿਤਾ ਦੇ ਜਾਂ ਇੱਕ ਮਾਤਾ ਪਿਤਾ ਦੇ ਭੈਣ ਭਰਾ ਹੀ ਇਸ ਰਸਮ ਨੂੰ, ਇਸ ਰੀਤ ਨੂੰ ਜਿਹੜਾ ਹੈ ਉਹ ਨਿਭਾ ਸਕਦੇ ਹਨ ਜਾਂ ਉਹਨਾਂ ਦੇ ਵਾਸਤੇ ਇਹ ਨਿਭਾਉਣੀ ਜ਼ਰੂਰੀ ਹੈ। ਐਸਾ ਵੀ ਨਹੀਂ ਹੈ।
ਇੱਕ ਖਾਸ ਮੁਸ਼ਕਲ ਦੇ ਸਮੇਂ, ਇੱਕ ਖਾਸ ਔਂਕੜ ਦੇ ਸਮੇਂ ਨਿਭਾਈ ਜਾਂਦੀ ਰਹੀ ਇਹ ਰੀਤ ਜੋ ਹੈ ਅੱਜ ਤਿਉਹਾਰ ਦਾ ਰੂਪ ਲੈ ਚੁੱਕੀ ਹੈ। ਸੋ ਅਸੀਂ ਸਮਝ ਸਕਦੇ ਹਾਂ ਕਿ ਇਹ ਜੋ ਪੂਰਨਮਾਸ਼ੀ, ਜੋ ਸਾਉਣ ਦੀ, ਸਾਵਣ ਦੀ ਪੂਰਨਮਾਸ਼ੀ ਨੂੰ ਮਨਾਈ ਜਾਂਦੀ ਇਹ ਰੀਤ ਜੋ ਹੈ, ਇਹਦੀ ਸ਼ੁਰੂਆਤ ਕਿਵੇਂ ਹੋਈ ਤੇ ਕਿਹੜੇ-ਕਿਹੜੇ ਪੜਾਅ ਤੋਂ ਇਹ ਲੰਘ ਕੇ ਆਈ ਹੈ। ਗੁਰਮਤਿ ਦੇ ਅੰਦਰ, ਗੁਰੂ ਘਰ ਦੇ ਅੰਦਰ ਜੋ ਮੱਸਿਆ, ਸੰਗਰਾਂਦ ਜਾਂ ਪੂਰਨਮਾਸ਼ੀ, ਇਹ ਦਿਹਾੜੇ ਉਸ ਸਮੇਂ ਤੋਂ ਪ੍ਰਚਲਿਤ ਹੋਏ ਜਦੋਂ ਕੈਲੰਡਰ ਨਹੀਂ ਸਨ, ਜਦੋਂ ਘੜੀਆਂ ਨਹੀਂ ਸਨ। ਸੋ ਗੁਰੂ ਸਾਹਿਬ ਜੀ ਦੇ ਵੱਲੋਂ ਵਿਸਾਖੀ, ਪੂਰਨਮਾਸ਼ੀ, ਸੰਗਰਾਂਦ, ਮੱਸਿਆ ਇਹ ਦਿਹਾੜੇ ਇਸ ਕਰਕੇ ਮਿਥੇ ਗਏ ਸਨ ਤਾਂ ਕਿ ਸੰਗਤਾਂ ਨੂੰ ਸਹੂਲੀਅਤ ਰਹੇ। ਗੁਰੂ ਅਸਥਾਨਾਂ ਦੇ ਉੱਤੇ ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰਨ ਦੇ ਵਾਸਤੇ ਸੰਗਤਾਂ ਇਹਨਾਂ ਪੁਰਬਾਂ ਦੇ ਉੱਤੇ ਇਕੱਤਰ ਹੋ ਸਕਣ, ਕਿਉਂਕਿ ਇਹਨਾਂ ਦਾ ਅੰਦਾਜ਼ਾ ਪ੍ਰਾਕਿਰਤਿਕ ਤੌਰ 'ਤੇ ਲਗਾਇਆ ਜਾ ਸਕਦਾ ਸੀ। ਸੋ ਇਸ ਕਰਕੇ ਇਹ ਜੋ ਪੂਰਨਮਾਸ਼ੀ ਜਾਂ ਇਹ ਜੋ ਮੱਸਿਆ, ਸੰਗਰਾਂਦ, ਵਿਸਾਖੀ ਆਦਿਕ ਇਹ ਦਿਹਾੜੇ ਜੋ ਹਨ, ਇਹ ਸਾਡੇ ਸਿੱਖ ਸਮਾਜ ਦੇ ਵਿੱਚ, ਗੁਰਮਤਿ ਦੇ ਵਿੱਚ ਇਤਿਹਾਸਕ ਦਿਹਾੜੇ ਜੋ ਹਨ ਕਰਕੇ ਜਾਣੇ ਜਾਂਦੇ ਹਨ। ਸੋ ਆਓ ਹੁਣ ਆਪਾਂ ਇੱਕ ਛੋਟੀ ਜੀ ਝਾਤ ਮਾਰੀਏ ਕਿ ਗੁਰਮਤਿ ਦੇ ਅੰਦਰ ਇਹੋ ਜਿਹੇ ਰਕਸ਼ਾ ਸੂਤਰ ਦੀ ਜਾਂ ਇਹੋ ਜਿਹੇ ਰਕਸ਼ਾ ਬੰਧਨ ਦੀ ਜਾਂ ਇਹੋ ਜਿਹੇ ਕਿਸੇ ਧਾਗੇ ਦੀ ਕੋਈ ਜ਼ਰੂਰਤ ਹੈ ਕਿਸੇ ਗੁਰਸਿੱਖ ਪਤਨੀ ਨੂੰ, ਕਿਸੇ ਗੁਰਸਿੱਖ ਧੀ ਨੂੰ ਜਾਂ ਕਿਸੇ ਗੁਰਸਿੱਖ ਭੈਣ ਨੂੰ ਇਸ ਧਾਗੇ ਦੀ, ਇਹੋ ਜਿਹੀ ਕਿਸੇ ਰੱਖਿਆ ਦੀ ਜ਼ਰੂਰਤ ਹੈ ਕਿ ਨਹੀਂ। ਸਤਿਗੁਰ ਦੀ ਬਾਣੀ ਦਾ ਫਰਮਾਨ ਹੈ, ਰਾਖਾ ਏਕ ਹਮਾਰਾ ਸੁਆਮੀ, ਸਕਲ ਘਟਾ ਕਾ ਅੰਤਰ ਜਾਮੀ। ਘਰ ਸੁਖ ਵਸਿਆ, ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਸਤਿਗੁਰ ਕਹਿੰਦੇ ਗੁਰੂ ਦੇ ਮੰਤਰ ਨੂੰ, ਬਾਣੀ ਉਪਦੇਸ਼ ਨੂੰ ਦ੍ਰਿੜ ਕਰਕੇ, ਕਮਾ ਕਰਕੇ ਅਸੀਂ ਆਪਣੇ ਘਰ ਪਰਿਵਾਰ ਦੀ, ਜੀਵਨ ਦੀ ਰੱਖਿਆ ਦਾ ਵਚਨ ਪਰਮੇਸ਼ਵਰ ਤੋਂ ਲੈ ਸਕਦੇ ਹਾਂ, ਗੁਰੂ ਤੋਂ ਲੈ ਸਕਦੇ ਹਾਂ। ਸਤਿਗੁਰ ਕਿਰਪਾ ਕਰਦੇ ਹਨ ਤੇ ਆਪਣੇ ਗੁਰ ਸਿੱਖਾਂ ਦੀ ਬਲਦੇ ਹੋਏ ਭੱਠ ਦੇ ਵਿੱਚ ਵੀ ਰੱਖਿਆ ਕਰਦੇ ਹਨ। ਸਾਨੂੰ ਕਿਸੇ ਰੱਖਿਆ ਸੂਤਰ ਦੀ, ਕਿਸੇ ਵਿਅਕਤੀ ਵਿਸ਼ੇਸ਼ ਤੋਂ ਲੈਣ ਦੀ ਜ਼ਰੂਰਤ ਨਹੀਂ ਹੈ। ਚਾਹੇ ਉਹ ਗੁਰਸਿੱਖ ਭੈਣ ਹੈ, ਚਾਹੇ ਗੁਰਸਿੱਖ ਪਤਨੀ ਹੈ, ਚਾਹੇ ਗੁਰਸਿੱਖ ਧੀ ਹੈ, ਚਾਹੇ ਗੁਰਸਿੱਖ ਹੈ, ਉਸ ਨੂੰ ਹੋਰ ਕਿਸੇ ਤੋਂ ਰੱਖਿਆ ਲੈਣ ਦੀ, ਸੁਰੱਖਿਆ ਲੈਣ ਦੀ ਲੋੜ ਨਹੀਂ ਹੈ, ਕਿਉਂਕਿ ਖਾਲਸਾ ਅਕਾਲ ਪੁਰਖ ਕੀ ਫੌਜ, ਤੇ ਫੌਜਾਂ ਦੀ ਰੱਖਿਆ ਕੋਈ ਦੂਸਰਾ ਨਹੀਂ ਕਰ ਸਕਦਾ। ਫੌਜ ਆਪਣੀ ਰੱਖਿਆ, ਸੁਰੱਖਿਆ ਆਪ ਕਰਦੀ ਹੈ। ਸੋ ਅਕਾਲ ਖਾਲਸਾ ਜੋ ਹੈ ਉਹ ਅਕਾਲ ਪੁਰਖ ਦੀ ਫੌਜ ਹੈ, ਚਾਹੇ ਸਿੰਘ ਹੈ, ਚਾਹੇ ਸਿੰਘਣੀ ਹੈ, ਉਹ ਆਪ ਆਪਣੀ ਰੱਖਿਆ ਕਰਨ ਦੇ ਵਿੱਚ ਸਮਰੱਥ ਹੈ। ਸਤਿਗੁਰ ਦੀ ਬਾਣੀ ਦਾ ਫਰਮਾਨ ਹੈ, ਸਿਰ ਮਸਤਕ ਰੱਖਿਆ ਪਾਰ ਬ੍ਰਹਮੰ, ਹਸਤ ਕਾਇਆ ਰੱਖਿਆ ਪਰਮੇਸ਼ਰ ਹੈ। ਆਤਮ ਰੱਖਿਆ ਗੋਪਾਲ ਸੁਆਮੀ, ਧਨ ਚਰਨ ਰੱਖਿਆ ਜਗਦੀਸ਼ਵਰ ਹੈ। ਸਰਬ ਰੱਖਿਆ ਗੁਰ ਦਿਆਲ ਹੈ, ਭੈ ਦੂਤ ਵਿਨਾਸ਼ਨ ਹੈ। ਭਗਤ ਵਛਲ ਅਨਾਥ ਨਾਥੇ, ਸ਼ਰਨ ਨਾਨਕ ਪੁਰਖ ਅਚੁੱਤ ਹੈ। ਜੋ ਅਬਿਨਾਸੀ ਪੁਰਖ ਪਰਮੇਸ਼ਵਰ ਹੈ, ਜੋ ਸਦਾ ਅੰਗ ਸੰਗੇ ਭੰਗੰ ਵਿਭੂਤੇ। ਸੋ ਅਸੀਂ ਕਿਸੇ ਵੀ ਪੁਰਬ ਦੇ ਉੱਤੇ, ਕਿਸੇ ਵੀ ਦਿਹਾੜੇ ਦੇ ਉੱਤੇ ਜਦੋਂ ਗੁਰੂ ਘਰ ਜਾਂਦੇ ਹਾਂ ਤੇ ਸਾਡਾ ਧਿਆਨ ਗੁਰਮਤਿ ਦੇ ਉੱਤੇ ਹੋਣਾ ਚਾਹੀਦਾ ਹੈ, ਗੁਰ ਸਿਧਾਂਤ ਦੇ ਉੱਤੇ ਹੋਣਾ ਚਾਹੀਦਾ ਹੈ, ਨਾ ਕਿ ਇਹੋ ਜਿਹੀਆਂ ਰੀਤਾਂ ਦੇ ਉੱਤੇ, ਇਹੋ ਜਿਹੀਆਂ ਪਰੰਪਰਾਵਾਂ ਦੇ ਉੱਤੇ ਜਿਹੜੀਆਂ ਸਾਨੂੰ ਗੁਰ ਸਿਧਾਂਤ ਤੋਂ, ਗੁਰਮਤਿ ਤੋਂ ਦੂਰ ਕਰਦੀਆਂ ਹੋਵਣ। ਸੋ ਗੁਰਮਤਿ ਦੇ ਅੰਦਰ ਇਹੋ ਜਿਹਾ ਕਿਸੇ ਵੀ ਰੱਖਿਆ ਸੂਤਰ ਦਾ ਕੋਈ ਵੀ ਥਾਂ ਨਹੀਂ ਹੈ, ਕਿਸੇ ਵੀ ਇਹੋ ਜਿਹੇ ਧਾਗੇ ਦੀ ਕੋਈ ਥਾਂ ਨਹੀਂ ਹੈ। ਇਹੋ ਜਿਹੀ ਕੋਈ ਰੀਤ ਗੁਰਮਤਿ ਦੇ ਅੰਦਰ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਨਹੀਂ ਕੀਤੀ। ਸੋ ਸਾਨੂੰ ਇਹੋ ਜਿਹੀਆਂ ਰੀਤਾਂ ਤੋਂ ਦੂਰ ਰਹਿ ਕੇ ਗੁਰੂ ਸਾਹਿਬ ਜੀ ਦੀ ਚਲਾਈ ਹੋਈ ਗੁਰਮਤਿ ਦੇ ਦਾਇਰੇ ਵਿੱਚ ਰਹਿ ਕੇ ਆਪਣੇ ਜੀਵਨ ਦਾ ਨਿਰਵਾਹ ਕਰਨਾ ਚਾਹੀਦਾ ਹੈ। ਜਿਨ੍ਹਾਂ ਦੇ ਵਾਸਤੇ ਇਹ ਰੀਤਾਂ ਬਣੀਆਂ, ਜਿਨ੍ਹਾਂ ਨੇ ਇਹਨਾਂ ਨੂੰ ਮੰਨਿਆ ਹੈ, ਉਹ ਮੰਨ ਸਕਦੇ ਹਨ, ਉਹਨਾਂ ਨੂੰ ਅਸੀਂ ਨਹੀਂ ਰੋਕਦੇ, ਉਹਨਾਂ ਦੇ ਉੱਤੇ ਸਾਡਾ ਕੋਈ ਜ਼ੋਰ ਜ਼ਬਰਦਸਤੀ ਵੀ ਨਹੀਂ ਹੈ। ਪਰ ਸਿੱਖ ਸਮਾਜ ਸਿਰਫ ਅਤੇ ਸਿਰਫ ਗੁਰੂ ਸ਼ਬਦ ਦੇ ਰੱਖਿਆ ਸੂਤਰ ਨੂੰ ਹੀ ਆਪਣੇ ਜੀਵਨ ਦਾ ਆਧਾਰ ਬਣਾਏ, ਇਹੀ ਸਤਿਗੁਰ ਦਾ ਫਰਮਾਨ ਹੈ।